बहुत ही प्यारे विद्यार्थियों, ਅੱਜ ਅਸੀਂ 10ਵੀਂ ਕਲਾਸ ਦੇ ਅਧਿਆਇ 15 ਜਿਸ ਦਾ ਨਾਂ ਹੈ ਸਾਡਾ ਵਾਤਾਵਰਨ, ਬਹੁਤ ਹੀ ਆਸਾਨ ਭਾਸ਼ਾ ਦੇ ਵਿੱਚ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਦੇ ਮੁਤਾਬਕ ਪੜ੍ਹਾਂਗੇ। ਇਸ ਪਾਠ ਦੇ ਵਿੱਚੋਂ 3 ਅੰਕਾਂ ਦਾ ਇੱਕ ਪ੍ਰਸ਼ਨ ਮਾਰਚ ਪ੍ਰੀਖਿਆਵਾਂ ਦੇ ਵਿੱਚ ਆਉਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਆਪਾਂ ਇਸ ਚੈਪਟਰ ਨੂੰ ਸ਼ੁਰੂ ਕਰੀਏ। ਇਸ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵਾਤਾਵਰਨ ਪ੍ਰਣਾਲੀ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਸਾਨੂੰ ਸਭ ਨੂੰ ਪਤਾ ਹੈ ਕਿ ਵਾਤਾਵਰਨ ਦੇ ਵਿੱਚ ਸੰਜੀਵ ਅਤੇ ਨਿਰਜੀਵ ਵਸਤੂਆਂ ਦੋਵੇਂ ਰਹਿੰਦੀਆਂ ਹਨ। ਸੰਜੀਵ ਵਸਤੂਆਂ ਜਿਨ੍ਹਾਂ ਵਿੱਚ ਜਾਨ ਹੈ, ਜੋ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾ ਸਕਦੀਆਂ ਹਨ, ਜਿਵੇਂ ਕਿ ਮਨੁੱਖ, ਘੋੜਾ, ਹਾਥੀ ਆਦਿ। ਦੂਜੇ ਪਾਸੇ ਨਿਰਜੀਵ ਵਸਤੂਆਂ ਜਿਵੇਂ ਕਿ ਪੱਥਰ, ਮੇਜ਼, ਕੁਰਸੀ, ਕਾਰ ਆਦਿ, ਜੋ ਆਪਣੀ ਜਗ੍ਹਾ ਆਪਣੇ ਆਪ ਨਹੀਂ ਬਦਲ ਸਕਦੇ, ਉਹ ਨਿਰਜੀਵ ਹਨ। ਤਾਂ ਸੰਜੀਵ ਅਤੇ ਨਿਰਜੀਵ ਹੀ ਮਿਲ ਕੇ ਵਾਤਾਵਰਨ ਪ੍ਰਣਾਲੀ ਨੂੰ ਬਣਾਉਂਦੇ ਹਨ। ਪਿਆਰੇ ਵਿਦਿਆਰਥੀਓ, ਆਓ ਅਸੀਂ ਇੱਕ ਉਦਾਹਰਨ ਦੀ ਮਦਦ ਨਾਲ ਵਾਤਾਵਰਨ ਪ੍ਰਣਾਲੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਚਿੱਤਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨਦੀ ਵਿੱਚ ਕਿਵੇਂ ਜੀਵ ਅਤੇ ਨਿਰਜੀਵ ਆਪਸ ਵਿੱਚ ਕਿਰਿਆ ਕਰਕੇ ਸੰਜੀਵਾਂ ਨੂੰ ਪ੍ਰਜਨਨ ਅਤੇ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ। ਕਿਸੇ ਵੀ ਕੁਦਰਤੀ ਪਰਿਸਥਿਤਿਕ ਪ੍ਰਬੰਧ ਜਾਂ ਵਾਤਾਵਰਨ ਪ੍ਰਣਾਲੀ ਨੂੰ ਅਸੀਂ ਜੀਵਾਂ ਦੇ ਰਹਿਣ ਦੇ ਆਧਾਰ 'ਤੇ 3 ਕਿਸਮਾਂ ਵਿੱਚ ਵੰਡ ਸਕਦੇ ਹਾਂ। ਇਹ 3 ਕਿਸਮਾਂ ਹਨ: ਉਤਪਾਦਕ, ਖਪਤਕਾਰ ਅਤੇ ਨਖੇੜਕ। ਇਸ ਵਰਗੀਕਰਨ ਵਿੱਚ ਆਓ ਸਭ ਤੋਂ ਪਹਿਲਾਂ ਅਸੀਂ ਉਤਪਾਦਕਾਂ ਬਾਰੇ ਪੜ੍ਹਦੇ ਹਾਂ। ਜਿਵੇਂ ਕਿ ਚਿੱਤਰ ਵਿੱਚ ਦੇਖ ਰਹੇ ਹੋ, ਉਤਪਾਦਕਾਂ ਵਿੱਚ ਜ਼ਿਆਦਾਤਰ ਪੌਦੇ ਹਨ। ਸਾਨੂੰ ਪਤਾ ਹੈ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਇਹ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਹੋਂਦ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ। ਇਹ ਗਲੂਕੋਜ਼ ਅਤੇ ਸਟਾਰਚ ਦਾ ਨਿਰਮਾਣ ਕਰਦੇ ਹਨ। ਖਪਤਕਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੌਦਿਆਂ 'ਤੇ ਨਿਰਭਰ ਕਰਦੇ ਹਨ। ਜਿਵੇਂ ਕਿ ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ ਕਿ ਖਪਤਕਾਰ ਆਪਣਾ ਭੋਜਨ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ। ਅੱਗੇ ਖਪਤਕਾਰਾਂ ਨੂੰ ਵੀ ਅਸੀਂ 4 ਭਾਗਾਂ ਵਿੱਚ ਵੰਡ ਸਕਦੇ ਹਾਂ, ਜਿਨ੍ਹਾਂ ਵਿੱਚ ਨੰਬਰ 1 ਸ਼ਾਕਾਹਾਰੀ, ਜੋ ਕੇਵਲ ਪੌਦਿਆਂ ਨੂੰ ਖਾਂਦੇ ਹਨ। ਦੂਸਰੇ ਮਾਸਾਹਾਰੀ, ਜੋ ਦੂਜੇ ਜੀਵਾਂ ਦਾ ਮਾਸ ਖਾਂਦੇ ਹਨ। ਨੰਬਰ 3 ਸਰਬ ਆਹਾਰੀ, ਜੋ ਸ਼ਾਕਾਹਾਰੀ ਵੀ ਹਨ ਅਤੇ ਮਾਸਾਹਾਰੀ ਵੀ ਹਨ, ਉਹਨਾਂ ਨੂੰ ਅਸੀਂ ਸਰਬ ਆਹਾਰੀ ਕਹਿੰਦੇ ਹਾਂ। ਅਤੇ ਚੌਥੇ ਨੰਬਰ 'ਤੇ ਪਰਜੀਵੀ, ਜੋ ਆਪਣਾ ਭੋਜਨ ਦੂਸਰਿਆਂ ਤੋਂ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਅਸੀਂ ਪਰਜੀਵੀ ਕਹਿੰਦੇ ਹਾਂ। ਇਹ ਸਨ ਸਾਰੀਆਂ ਖਪਤਕਾਰ ਦੀਆਂ ਕਿਸਮਾਂ। ਅਤੇ ਤੀਸਰੇ ਨੰਬਰ 'ਤੇ ਆਉਂਦੇ ਨੇ ਨਖੇੜਕ। ਨਖੇੜਕਾਂ ਦਾ ਮੁੱਖ ਕੰਮ ਇਹ ਹੁੰਦਾ ਹੈ ਕਿ ਇਹ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਹਨ, ਜੋ ਬਾਅਦ ਵਿੱਚ ਮਿੱਟੀ ਵਿੱਚ ਰਲ ਜਾਂਦੇ ਹਨ ਅਤੇ ਪੌਦਿਆਂ ਦੁਆਰਾ ਮੁੜ ਉਪਯੋਗ ਵਿੱਚ ਲਿਆਂਦੇ ਜਾਂਦੇ ਹਨ। ਤਾਂ ਇਸ ਤਰ੍ਹਾਂ
ਅਸੀਂ ਸੰਜੀਵਾਂ ਨੂੰ ਉਹਨਾਂ ਦੇ ਰਹਿਣ ਦੇ ਆਧਾਰ 'ਤੇ 3 ਕਿਸਮਾਂ ਵਿੱਚ ਵੰਡਿਆ ਹੈ: ਉਤਪਾਦਕ, ਖਪਤਕਾਰ ਅਤੇ ਨਖੇੜਕ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਇਸ ਪਾਠ ਦਾ ਇੱਕ ਇੰਟਰਸਟਿੰਗ ਟੌਪਿਕ ਭੋਜਨ ਲੜੀ ਅਤੇ ਭੋਜਨ ਜਾਲ ਬਾਰੇ ਪੜ੍ਹਨ ਜਾ ਰਹੇ ਹਾਂ। ਜਿਵੇਂ ਤੁਸੀਂ ਦੇਖਿਆ ਕਿ ਉਤਪਾਦਕ, ਖਪਤਕਾਰ ਅਤੇ ਨਖੇੜਕ ਕਿਵੇਂ ਇੱਕ ਦੂਜੇ ਉੱਪਰ ਨਿਰਭਰ ਹਨ। ਹੁਣ ਕੁਦਰਤ ਵਿੱਚ ਮਿਲਣ ਵਾਲੀਆਂ ਕੁਝ ਭੋਜਨ ਲੜੀਆਂ ਬਾਰੇ ਅਸੀਂ ਪੜ੍ਹਾਂਗੇ। ਭੋਜਨ ਲੜੀ ਨੂੰ ਪੜ੍ਹਨ ਤੋਂ ਪਹਿਲਾਂ ਅਸੀਂ ਆਹਾਰੀ ਪੱਧਰ ਬਾਰੇ ਜਾਣੂ ਹੋ ਜਾਈਏ। ਆਹਾਰੀ ਪੱਧਰ ਕਿਸੇ ਵੀ ਭੋਜਨ ਲੜੀ ਦਾ ਇੱਕ ਪੜਾਅ ਹੁੰਦਾ ਹੈ। ਜਿਵੇਂ ਕਿ ਖਪਤਕਾਰ ਤੋਂ ਨਖੇੜਕ ਤੱਕ ਪਹੁੰਚਣਾ, ਇਹ ਇੱਕ ਪੜਾਅ ਹੈ, ਤਾਂ ਇਸ ਨੂੰ ਅਸੀਂ ਇੱਕ ਆਹਾਰੀ ਪੱਧਰ ਕਹਾਂਗੇ। ਆਓ ਹੁਣ ਅਸੀਂ ਭੋਜਨ ਲੜੀ ਦੇ ਵੱਖ-ਵੱਖ ਆਹਾਰੀ ਪੱਧਰਾਂ ਬਾਰੇ ਸਮਝਦੇ ਹਾਂ। ਪਹਿਲਾ ਆਹਾਰੀ ਪੱਧਰ ਹੈ ਉਤਪਾਦਕ। ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਉਤਪਾਦਕਾਂ ਦੇ ਵਿੱਚ ਜ਼ਿਆਦਾਤਰ ਪੌਦੇ ਆਉਂਦੇ ਹਨ ਜੋ ਸੂਰਜ ਦੀ ਰੌਸ਼ਨੀ ਵਿੱਚ ਆਪਣਾ ਭੋਜਨ ਤਿਆਰ ਕਰਕੇ ਪਹਿਲੇ ਖਪਤਕਾਰਾਂ ਨੂੰ ਉਪਲਬਧ ਕਰਾਉਂਦੇ ਹਨ। ਪਹਿਲੇ ਖਪਤਕਾਰ ਦੂਜਾ ਆਹਾਰੀ ਪੱਧਰ ਨੂੰ ਭੋਜਨ ਉਪਲਬਧ ਕਰਾਉਂਦੇ ਹਨ। ਦੂਜੇ ਖਪਤਕਾਰਾਂ ਵਿੱਚ ਛੋਟੇ ਮਾਸਾਹਾਰੀ ਜੀਵ ਆਉਂਦੇ ਹਨ ਅਤੇ ਤੀਜਾ ਖਪਤਕਾਰ ਹੈ ਜਿਸ ਵਿੱਚ ਵੱਡੇ ਮਾਸਾਹਾਰੀ ਜੀਵ ਆਉਂਦੇ ਹਨ। ਹੁਣ ਅਸੀਂ ਕੁਦਰਤ ਵਿੱਚ ਪਾਈਆਂ ਜਾਣ ਵਾਲੀਆਂ ਕੁਝ ਭੋਜਨ ਲੜੀਆਂ ਬਾਰੇ ਪੜ੍ਹਦੇ ਹਾਂ। ਜਿਵੇਂ ਕਿ ਤੁਸੀਂ ਪਹਿਲੀ ਭੋਜਨ ਲੜੀ ਦੇਖ ਰਹੇ ਹੋ, ਜਿਸ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਮੱਕੀ ਦੇ ਪੌਦੇ ਤੋਂ ਚੂਹੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ ਅਤੇ ਉੱਲੂ ਨੇ ਜਿਹੜੇ ਉਹ ਇਹਨਾਂ ਚੂਹਿਆਂ ਨੂੰ ਖਾ ਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਇਸੇ ਤਰ੍ਹਾਂ ਦੂਸਰੀ ਲੜੀ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ ਗਾਜਰਾਂ ਨੂੰ ਖਰਗੋਸ਼ ਖਾ ਜਾਂਦੇ ਹਨ, ਅੱਗੇ ਖਰਗੋਸ਼ਾਂ ਨੂੰ ਲੂੰਬੜੀ ਖਾ ਜਾਂਦੀ ਹੈ ਅਤੇ ਲੂੰਬੜੀਆਂ ਨੂੰ ਸ਼ੇਰ ਖਾ ਜਾਂਦੇ ਹਨ। ਇਸ ਤਰ੍ਹਾਂ ਇਹ ਭੋਜਨ ਲੜੀ ਚੱਲਦੀ ਹੈ। ਤੀਸਰੀ ਭੋਜਨ ਲੜੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਘਾਹ ਨੂੰ ਟਿੱਡਾ, ਜਿਹਨੂੰ ਗ੍ਰਾਸ ਹੂਪਰ ਕਹਿੰਦੇ ਹਨ, ਉਹ ਖਾਂਦਾ ਹੈ। ਇਹਨਾਂ ਟਿੱਡਿਆਂ ਨੂੰ ਡੱਡੂ ਅਤੇ ਫਿਰ ਡੱਡੂਆਂ ਨੂੰ ਸੱਪ ਅਤੇ ਸੱਪਾਂ ਨੂੰ ਇੱਲ ਖਾ ਜਾਂਦੀ ਹੈ। ਇਸ ਤਰ੍ਹਾਂ ਕੁਦਰਤ ਦੇ ਵਿੱਚ ਵੱਖ-ਵੱਖ ਇਹ ਭੋਜਨ ਲੜੀਆਂ ਹੁੰਦੀਆਂ ਹਨ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਭੋਜਨ ਜਾਲ ਬਾਰੇ ਪੜ੍ਹਾਂਗੇ। ਭੋਜਨ ਜਾਲ ਦੇ ਵਿੱਚ ਅਤੇ ਭੋਜਨ ਲੜੀ ਵਿੱਚ ਕੀ ਅੰਤਰ ਹੈ, ਇਹ ਆਪਾਂ ਇੱਕ ਚਿੱਤਰ ਰਾਹੀਂ ਸਮਝਦੇ ਹਾਂ। ਤੁਸੀਂ ਇਸ ਚਿੱਤਰ ਵਿੱਚ ਦੇਖ ਰਹੇ ਹੋ, ਇੱਕ ਪਾਸੇ ਲਿਖਿਆ ਹੋਇਆ ਹੈ ਫੂਡ ਚੇਨ ਮੀਨਸ ਭੋਜਨ ਲੜੀ। ਭੋਜਨ ਲੜੀ ਦੇ ਵਿੱਚ ਇੱਕ ਸਰਲ ਰੇਖੀ ਪ੍ਰਕਿਰਿਆ ਹੁੰਦੀ ਹੈ। ਜਿਵੇਂ ਤੁਸੀਂ ਦੇਖ ਰਹੇ ਹੋ, ਪੌਦੇ ਨੂੰ ਇੱਕ ਟਿੱਡਾ ਖਾਂਦਾ ਹੈ, ਟਿੱਡੇ ਨੂੰ ਅੱਗੇ ਇੱਕ ਚੂਹਾ ਖਾ ਜਾਂਦਾ ਹੈ ਅਤੇ ਚੂਹੇ ਨੂੰ ਇੱਕ ਬਾਜ ਖਾ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਲੜੀ ਸਰਲ ਰੇਖੀ ਰੂਪ ਵਿੱਚ ਚੱਲਦੀ ਹੈ। ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਕਾਫੀ ਗੁੰਝਲਦਾਰ ਪ੍ਰਕਿਰਿਆ ਹੈ, ਜਿਸ ਵਿੱਚ ਇੱਕ ਹੀ ਜੀਵ ਨੂੰ 2 ਜਾਂ 2 ਤੋਂ ਵੱਧ ਪ੍ਰਕਾਰ ਦੇ ਜੀਵਾਂ ਵੱਲੋਂ ਖਾਧਾ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਇੱਕ ਭੋਜਨ ਜਾਲ ਬਣਦਾ ਹੈ। ਤਾਂ ਭੋਜਨ ਜਾਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਇੱਕ ਹੋਰ ਚਿੱਤਰ ਨਾਲ ਦੇਖਦੇ ਹਾਂ। ਦੇਖੋ, ਇਸ ਚਿੱਤਰ ਵਿੱਚ ਇਹ ਦਿਖਾਇਆ ਗਿਆ ਹੈ ਕਿ ਇੱਕ ਹੀ ਪੌਦੇ ਨੂੰ ਵੱਖ-ਵੱਖ ਜਾਨਵਰ ਖਾਂਦੇ ਨੇ ਅਤੇ ਉਹਨਾਂ ਨੂੰ ਵੱਖ-ਵੱਖ ਅੱਗੇ ਹੋਰ ਜਾਨਵਰਾਂ ਦੁਆਰਾ ਖਾਧਾ ਜਾਂਦਾ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇੱਕ ਪੌਦੇ ਨੂੰ ਹਿਰਨ ਵੀ ਖਾਂਦੀ ਹੈ ਅਤੇ ਇੱਕ
ਗੈਂਡਾ ਵੀ ਖਾਂਦਾ ਹੈ ਅਤੇ ਉਹ ਗੈਂਡੇ ਨੂੰ ਸ਼ੇਰ ਵੀ ਖਾ ਜਾਂਦਾ ਹੈ ਅਤੇ ਉਸੇ ਗੈਂਡੇ ਨੂੰ ਇੱਕ ਗਿਰਝ ਵੀ ਖਾ ਜਾਂਦੀ ਹੈ। ਇਸੇ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਕ ਹਿਰਨ ਨੂੰ ਸ਼ੇਰ ਖਾਂਦਾ ਹੈ ਅਤੇ ਅੱਗੇ ਇਸੇ ਤਰ੍ਹਾਂ ਇੱਕ ਜਾਨਵਰ ਨੂੰ ਵੱਖ-ਵੱਖ ਜਾਨਵਰਾਂ ਦੁਆਰਾ ਖਾਧਾ ਜਾਂਦਾ ਹੈ ਤਾਂ ਇਹ ਇੱਕ ਜਾਲ ਬਣਦਾ ਹੈ। ਤਾਂ ਇਸ ਜਾਲ ਨੂੰ ਭੋਜਨ ਜਾਲ ਕਿਹਾ ਜਾਂਦਾ ਹੈ।